बहुत स्वागत है जी सारिਆਂ ਦਾ। मैं हाँ सुरिंदर डला ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਖਬਰ ਪੜਤਾਲ। ਬਹਿਬਲ ਕਲਾਂ ਅਤੇ ਬੇਅਦਬੀ ਦੇ ਮਾਮਲਿਆਂ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਦੇ ਖਾਰਜ ਹੋਣ ਦਾ ਮਾਮਲਾ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਛਾਇਆ ਹੋਇਆ ਹੈ ਔਰ ਸੋਸ਼ਲ ਮੀਡੀਆ ਤੇ ਇਹਨਾਂ ਮਸਲਿਆਂ ਦੇ ਉੱਤੇ ਇੱਕ ਨਵੀਂ ਸਿਆਸੀ ਬਹਿਸ ਵੀ ਇਸ ਵਕਤ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ, ਰਵਨੀਤ ਬਿੱਟੂ ਵੀ ਹੁਣ ਸੋਸ਼ਲ ਮੀਡੀਆ ਤੇ ਇਸ ਮਸਲੇ ਤੇ ਆ ਗਏ ਔਰ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਵੀ ਸੀ, ਸੁਖਪਾਲ ਸਿੰਘ ਖਹਿਰਾ ਵੀ ਸੀ, ਹੋਰ ਕਈ ਸਿੱਖ ਬੁੱਧੀਜੀਵੀ ਸੀ। 27 ਅਪ੍ਰੈਲ ਨੂੰ ਫਿਰ ਮੀਟਿੰਗ ਹੋਣੀ ਹੈ। ਉਹ ਵੀ ਮਸਲਾ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਆਂਦਾ ਹੈ। ਸੋ ਕੋਵਿਡ ਦੇ ਸਮੇਂ ਜਦੋਂ ਲੋਕਡਾਊਨ ਸੀ ਐਤਵਾਰ ਨੂੰ, ਤੇ ਇਹ ਮਸਲੇ ਨੇ ਜਿਹੜੇ ਇਨਸਾਫ ਦੀ ਲੜਾਈ ਦੇ ਇਸ ਸੋਸ਼ਲ ਮੀਡੀਆ ਦੇ ਜ਼ਰੀਏ ਸਾਰੇ ਲੀਡਰ ਨੇ ਜਿਹੜੇ ਉਹ ਆਵਾਜ਼ ਬੁਲੰਦ ਕਰ ਰਹੇ ਨੇ। ਸੋ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੋਂ ਗੱਲ ਸ਼ੁਰੂ ਕਰਾਂਗੇ। ਨਵਜੋਤ ਸਿੰਘ ਸਿੱਧੂ ਨੇ ਕੱਲ ਇੱਕ ਫੇਰ ਟਵੀਟ ਕੀਤਾ। ਨਵਜੋਤ ਸਿੰਘ ਸਿੱਧੂ 5-7 ਦਿਨਾਂ ਤੋਂ ਲਗਾਤਾਰ ਟਵੀਟ ਕਰ ਰਹੇ ਨੇ। ਕਦੀ ਪੰਜਾਬ ਦੇ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲੈਂਦੇ ਨੇ, ਕਦੇ ਜਿਹੜੀ ਸਾਬਕਾ ਅਕਾਲੀ ਭਾਜਪਾ ਦੀ ਸਰਕਾਰ ਸੀ ਉਹਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨੂੰ ਨਿਸ਼ਾਨੇ ਤੇ ਲੈਂਦੇ ਨੇ। ਔਰ ਕੱਲ ਜਿਹੜਾ ਟਵੀਟ ਕੀਤਾ ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਨੇ ਇੱਕ ਵਾਰੀ ਇਹ ਕਿਹਾ ਕਿ ਸਿੱਟ ਖਾਰਜ ਹੋਈ ਹੈ ਔਰ ਹਜੇ ਇਨਸਾਫ ਦੀ ਆਸ ਖਾਰਜ ਨਹੀਂ ਹੋਈ। ਔਰ ਜਿਹੜੇ ਪਿਛਲੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸੀ, ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ਤੇ ਇੱਕ ਵਾਰੀ ਫੇਰ ਪਿਛਲੀ ਸਰਕਾਰ ਦੇ ਹਾਕਮਾਂ ਨੂੰ ਨਿਸ਼ਾਨੇ ਤੇ ਲਿਆ ਕਿ ਅਗਰ ਇੱਕ ਜਾਂਚ ਵੀ ਹੈ ਉਹ ਇਮਾਨਦਾਰੀ ਨਾ ਹੋਗੀ ਤਾਂ ਪਿਛਲੀ ਸਰਕਾਰ ਦੇ ਹਾਕਮਾਂ ਦੇ ਉੱਤੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦਾ ਜਵਾਬ ਮਿਲੇਗਾ। ਸੋ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਰੰਪਰਾ, ਆਪਣੀ ਸ਼ੈਲੀ ਮੁਤਾਬਕ ਸੋਸ਼ਲ ਮੀਡੀਆ ਦੇ ਉੱਤੇ ਬੇਅਦਬੀ ਔਰ ਬਹਿਬਲ ਕਲਾਂ ਔਰ ਕੋਟਕਪੁਰਾ ਗੋਲੀकांड ਦਾ ਜਿਹੜਾ ਮਸਲਾ ਹੈ ਉਹਨੂੰ ਲਗਾਤਾਰ ਆਵਾਜ਼ ਦਿੱਤੀ ਹੋਈ ਹੈ, ਉਸ ਮਸਲੇ ਨੂੰ ਬੁਲੰਦ ਕੀਤਾ ਹੋਇਆ ਔਰ ਉਹਦਾ ਪ੍ਰਭਾਵ ਵੀ ਨਜ਼ਰ ਆ ਰਿਹਾ। ਵੱਖ-ਵੱਖ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਵੀ ਹੁਣ ਸਿੱਟ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਜਿਹੜੀ ਖਾਰਜ ਹੋਈ ਹੈ ਹਾਈ ਕੋਰਟ 'ਚ, ਉਸ ਤੋਂ ਬਾਅਦ ਉਹਨਾਂ ਨੇ ਵੀ ਸਰਗਰਮੀ ਫੜੀ ਹੈ ਕਿ ਕਿੱਥੇ ਕਮੀ ਰਹੀ, ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਸਿੱਟ ਆਖਰ ਕਿਉਂ ਖਾਰਜ ਹੋਈ, ਕੀ ਸੂਬਾ ਸਰਕਾਰ ਦੀ ਕਮੀ ਰਹੀ, ਕੀ ਜਿਹੜਾ ਦਫ਼ਤਰ ਹੈ ਐਡਵੋਕੇਟ ਜਨਰਲ ਦਾ ਉੱਥੋਂ ਚੰਗੀ ਤਰ੍ਹਾਂ ਨਾਲ ਪੈਰਵਾਈ ਨਹੀਂ ਕੀਤੀ ਗਈ। ਇਹ ਸਾਰੇ ਮਸਲੇ ਨੇ ਜਿਹੜੇ ਇਹ ਨਵੇਂ ਸਿਰੇ ਤੋਂ ਉਭਾਰ ਲੈ ਗਏ ਔਰ 2022 ਤੋਂ ਪਹਿਲਾਂ ਇੱਕ ਵਾਰੀ ਫੇਰ ਇਸ ਮਸਲੇ ਦੇ ਵੱਡੇ ਸਿਆਸੀ ਮੁੱਦਾ ਬਣਨ ਦੇ ਵਾਲੇ ਪਾਸੇ ਮੈਨੂੰ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਨੇ ਤਾਂ ਇਸ ਮਸਲੇ ਤੇ ਕਾਂਗਰਸ ਦੇ ਨਾਲ ਹੀ ਸਿੱਧਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧਾ ਆਰ ਪਾਰ ਦਾ ਟਾਕਰਾ ਲੈ ਲਿਆ। ਔਰ ਹੁਣ ਰਵਨੀਤ ਬਿੱਟੂ ਨੇ ਇੱਕ ਟਵੀਟ ਕੀਤਾ, ਸੁਖਪਾਲ ਖਹਿਰੇ ਨੇ ਵੀ ਕੀ ਕਿਹਾ ਉਹ ਸੁਣਾਉਂਦੇ ਆ, ਗੱਲ ਵੀ ਕਰਾਂਗੇ। ਰਵਨੀਤ ਬਿੱਟੂ ਵੀ ਲਗਾਤਾਰ ਇਸ ਮਸਲੇ ਤੇ ਕਈ ਦਿਨਾਂ ਤੋਂ ਬਿਆਨ ਦੇ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਬਾਰੇ ਤਾਂ ਰਵਨੀਤ ਬਿੱਟੂ ਨੇ ਫੇਸਬੁੱਕ ਤੇ ਪੋਸਟ ਪਾਤੀ ਸੀ ਔਰ ਰਵਨੀਤ ਬਿੱਟੂ ਨੇ ਸਾਫ਼ ਕਹਿਤਾ ਵੀ ਕਿਤੇ ਨਵਜੋਤ ਸਿੱਧੂ ਇਸ ਮਸਲੇ ਤੇ ਸਿਆਸਤ ਤਾਂ ਨਹੀਂ ਕਰ ਰਹੇ, ਕਿਤੇ ਇਸ ਮਸਲੇ ਨੂੰ ਉਭਾਰ ਕੇ ਨਵਜੋਤ ਸਿੰਘ ਸਿੱਧੂ ਕੋਈ ਵੱਖਰਾ ਰਸਤਾ ਤਾਂ ਨਹੀਂ ਇਖਤਿਆਰ ਕਰਨਾ ਚਾਹੁੰਦੇ, ਕਿਤੇ ਸਿੱਧੂ ਪਾਰਟੀ ਛੱਡਣ ਬਾਰੇ ਤਾਂ ਨਹੀਂ ਸੋਚ ਰਹੇ। ਅਖੀਰ 'ਚ ਆਪਣੀ ਪੋਸਟ ਦੇ ਇਹ ਵੀ ਲਿਖਤਾ ਰਵਨੀਤ ਬਿੱਟੂ ਨੇ ਕਿ ਕੀ ਕਾਂਗਰਸ ਹੁਣ ਰਵਨੀਤ ਬਿੱਟੂ ਤੇ ਕਾਰਵਾਈ ਕਰੂਗੀ, ਕੀ ਰਵਨੀਤ ਬਿੱਟੂ ਨੇ ਇਹ ਲਿਖਤਾ ਵੀ ਕੀ ਕਾਂਗਰਸ ਹੁਣ ਨਵਜੋਤ ਸਿੱਧੂ ਤੇ ਕਾਰਵਾਈ ਕਰੇਗੀ, ਕੀ ਨਵਜੋਤ ਸਿੱਧੂ ਆਪ ਹੀ ਕਾਂਗਰਸ ਛੱਡ ਜਾਣਗੇ। ਇਸ ਤਰੀਕੇ ਦੀਆਂ ਸੰਕੇਤਕ ਗੱਲਾਂ ਰਵਨੀਤ ਬਿੱਟੂ ਨੇ ਕੀਤੀਆਂ ਨੇ। ਔਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਟਾਕਰਾ ਲਿਆ ਕੈਪਟਨ ਅਮਰਿੰਦਰ ਸਿੰਘ ਨਾਲ, ਉਹਦੇ ਵਿੱਚ ਰਵਨੀਤ ਬਿੱਟੂ ਇੱਕ ਤਰ੍ਹਾਂ ਨਾਲ ਇਸ ਮਸਲੇ ਤੇ ਕੈਪਟਨ ਅਮਰਿੰਦਰ ਦੀ ਢਾਲ ਬਣ ਕੇ ਨਜ਼ਰ ਆਏ ਨੇ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਇਸ ਕਰਕੇ ਨਿਸ਼ਾਨੇ ਤੇ ਲਿਆ ਹੈ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਤੇ ਨਿਸ਼ਾਨਾ ਲਾ ਰਹੇ ਨੇ ਤੇ ਕਿਤੇ ਨਾ ਕਿਤੇ ਇਹਨੂੰ ਅਨੁਸ਼ਾਸਨ ਨਾਲ ਜੋੜਨ ਦੀ ਗੱਲ ਕੀਤੀ ਹੈ। ਪਰ ਮੈਂ ਇਹ ਦੇਖ ਰਿਹਾ ਕਿਉਂਕਿ ਮਸਲਾ ਗੋਲੀकांड ਦੇ ਇਨਸਾਫ ਦਾ ਹੈ, ਬਹਿਬਲ ਕਲਾਂ ਦਾ ਹੈ, ਮਸਲਾ ਬੇਅਦਬੀਆਂ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਅਗਰ ਇਸ ਮਸਲੇ ਤੇ ਕਾਂਗਰਸ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਵਜੋਤ ਸਿੰਘ ਸਿੱਧੂ ਤੇ ਕੀਤੀ ਤੇ ਮੈਨੂੰ ਲੱਗਦਾ ਹੈ ਉਹ ਕਾਂਗਰਸ ਲਈ ਹੀ ਨੁਕਸਾਨਦਾਇਕ ਸਾਬਿਤ ਹੋਏਗੀ, ਕਿਉਂਕਿ ਨਵਜੋਤ ਸਿੰਘ ਸਿੱਧੂ ਉਹੀ ਗੱਲ ਕਰ ਰਿਹਾ ਹੈ ਜਿਹੜਾ ਵਾਅਦਾ ਕਾਂਗਰਸ ਨੇ ਕੀਤਾ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਵੀ, ਹਾਲਾਂਕਿ ਰਵਨੀਤ ਬਿੱਟੂ ਵੀ ਕਈ ਵਾਰੀ ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਇਹ ਕਹਿ ਰਿਹਾ ਰਵਨੀਤ ਬਿੱਟੂ ਵੀ ਕਿ ਜਦੋਂ ਹੁਣ ਸਾਡੀ ਸਰਕਾਰ ਦੇ ਲੋਕ ਜਾਂ ਅਸੀਂ ਵੋਟਾਂ ਮੰਗਣ ਜਾਵਾਂਗੇ ਤੇ ਲੋਕ ਸਾਡੇ ਤੋਂ ਹਿਸਾਬ ਮੰਗਣਗੇ। ਇੱਕ ਪਾਸੇ ਨਵਜੋਤ ਸਿੰਘ ਸਿੱਧੂ, ਇੱਕ ਪਾਸੇ ਰਵਨੀਤ ਬਿੱਟੂ ਸੰਤੁਸ਼ਟ ਹੈ ਇਸ ਗੱਲ ਤੋਂ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਸਾਰੇ ਵਾਅਦੇ ਪੂਰੇ ਨਹੀਂ ਕੀਤੇ।
ਇਹ ਸਰਕਾਰ ਜਦੋਂ ਵੋਟਾਂ ਮੰਗਣ ਜਾਊਗੀ ਤੇ ਲੋਕ ਸਵਾਲ ਕਰਨਗੇ। ਰਵਨੀਤ ਬਿੱਟੂ ਇਸ ਗੱਲ ਤੋਂ ਤਾਂ ਸੰਤੁਸ਼ਟ ਹੈ, ਕਿਉਂਕਿ ਉਹਨਾਂ ਦੇ ਵੱਖ-ਵੱਖ ਸਮੇਂ ਤੇ ਜਿਹੜੇ ਬਿਆਨ ਆਉਂਦੇ ਨੇ ਰਵਨੀਤ ਬਿੱਟੂ ਦੇ, ਉਹ ਇਸ਼ਾਰਾ ਕਰਦੇ ਨੇ ਕਿ ਰਵਨੀਤ ਬਿੱਟੂ ਸਮਝਦਾ ਹੈ ਕਿ ਸਭ ਕੁਝ ਡਿਲੀਵਰ ਨਹੀਂ ਕੀਤਾ ਮੌਕੇ ਦੀ ਸਰਕਾਰ ਨੇ। ਦੂਜੇ ਪਾਸੇ ਜਦੋਂ ਬਾਬਲ ਕਲਾਂ ਬੇਅਦਬੀ ਦੇ ਮਾਮਲਿਆਂ ਤੇ ਕੈਪਟਨ ਅਮਰਿੰਦਰ ਨੂੰ ਔਰ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਨਵਜੋਤ ਸਿੰਘ ਸਿੱਧੂ ਸਿੱਧੇ ਤੌਰ ਤੇ ਘੇਰਦੇ ਨੇ, ਤੇ ਫਿਰ ਸ਼ਾਇਦ ਰਵਨੀਤ ਬਿੱਟੂ ਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਪਲੇਟਫਾਰਮ ਤੇ ਇਹ ਗੱਲ ਚੱਕਣ ਦੀ ਬਜਾਏ ਸੋਸ਼ਲ ਮੀਡੀਆ ਤੇ ਇਹ ਗੱਲ ਚੱਕ ਕੇ ਅਨੁਸ਼ਾਸਨ ਭੰਗ ਕਰ ਰਹੇ ਨੇ। ਸੋ ਕਿਤੇ ਨਾ ਕਿਤੇ ਰਵਨੀਤ ਬਿੱਟੂ ਵੀ ਖੁਦ ਮੈਨੂੰ ਲੱਗਦਾ ਹੈ ਇਸ ਮਸਲੇ ਨੂੰ ਲੈ ਕੇ ਦੁਚਿੱਤੀ 'ਚ ਹੋਣਾ ਹੈ। ਜਾਂ ਤਾਂ ਇਹਦਾ ਕਾਰਨ ਇਹ ਹੋਣਾ ਕਿ ਨਵਜੋਤ ਸਿੰਘ ਸਿੱਧੂ ਦੀ ਜਿਸ ਤਰ੍ਹਾਂ ਦੀ ਸਿੱਧਾ ਟਾਕਰਾ ਲੈਣ ਦੀ ਨੀਤੀ ਰਹਿੰਦੀ ਹੈ। ਦੇਖੋ, ਨਵਜੋਤ ਸਿੰਘ ਸਿੱਧੂ ਜਿਸ ਸਟੈਂਡ ਤੇ ਆ ਜਾਂਦਾ ਹੈ ਉਹ ਪਿੱਛੇ ਨਹੀਂ ਹਟਦਾ। ਅਸਤੀਫਾ ਦੇਣਾ ਸੀ ਤਾਂ ਦੇਤਾ, ਮੰਤਰੀ ਨਹੀਂ ਬਣਨਾ ਸੀ ਤੇ ਨਹੀਂ ਬਣਿਆ, ਕੋਠੀ ਛੱਡਣੀ ਸੀ ਤੇ ਛੱਡਤੀ, ਮੋਦੀ ਸਾਹਿਬ ਨੂੰ ਰਾਜ ਸਭਾ ਦੀ ਮੈਂਬਰੀ ਮੋੜਨੀ ਸੀ ਤਾਂ ਮੋੜਤੀ, ਅਰੁਣ ਜੇਤਲੀ ਦੇ ਨਾਲ ਪ੍ਰਚਾਰ ਨਹੀਂ ਕਰਨਾ ਸੀ ਤੇ ਅਰੁਣ ਜੇਤਲੀ ਦੇ ਹੱਕ 'ਚ ਪ੍ਰਚਾਰ ਨਹੀਂ ਕੀਤਾ, ਕੁਰੂਕਸ਼ੇਤਰ ਤੋਂ ਨਹੀਂ ਲੜਨਾ ਸੀ ਤੇ ਕੁਰੂਕਸ਼ੇਤਰ ਤੋਂ ਨਹੀਂ ਲੜਿਆ, ਅਗਰ ਬਾਦਲਾਂ ਨਾਲ ਨਹੀਂ ਬਣਦੀ ਸੀ ਤੇ ਉਸ ਗੱਲ ਤੇ ਅੜਿਆ ਰਿਹਾ, ਸਮਝੌਤਾ ਨਹੀਂ ਕੀਤਾ। ਸੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪੋਲੀਟੀਕਲ ਕਰੈਕਟਰ ਹੈ, ਜਿਹੜਾ ਨਵਜੋਤ ਸਿੰਘ ਸਿੱਧੂ ਦਾ ਪੋਲੀਟੀਕਲ ਵਹਾਅ ਹੈ, ਉਹ ਤਾਂ ਸਾਫ਼ ਹੈ। ਇਸ ਵਕਤ ਜਿਵੇਂ ਅਰਵਿੰਦ ਕੇਜਰੀਵਾਲ ਦਿੱਲੀ 'ਚ ਸੀ, ਦੇਖੋ ਦਿੱਲੀ 'ਚ ਨਰਿੰਦਰ ਮੋਦੀ ਨਾਲ ਵੀ ਟਾਕਰਾ ਹੋ ਹਟਿਆ ਪਰ ਅਰਵਿੰਦ ਕੇਜਰੀਵਾਲ ਜਿੱਤਦਾ ਰਿਹਾ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਜਿਹੜੇ ਮੁੱਦੇ ਚੁੱਕੇ ਉਹਦੇ ਤੇ ਅਰਵਿੰਦ ਕੇਜਰੀਵਾਲ ਸਾਫ਼ ਸੀ। ਹਾਲਾਂਕਿ ਪੰਜਾਬ ਲਈ ਅਰਵਿੰਦ ਕੇਜਰੀਵਾਲ ਦੀ ਜਿਹੜੀ ਸੋਚ ਹੈ ਜਾਂ ਕਾਰਗੁਜ਼ਾਰੀ ਹੈ, ਮੈਨੂੰ ਹਮੇਸ਼ਾ ਉਹਦੇ ਤੇ ਮੈਂ ਹਮੇਸ਼ਾ ਸਵਾਲੀਆ ਚਿੰਨ੍ਹ ਨਾਲ ਰੱਖਦਾ, ਬਜਾਏ ਇਸ ਦੇ ਕਿ ਮੈਂ ਪੰਜਾਬ ਲਈ ਅਰਵਿੰਦ ਕੇਜਰੀਵਾਲ ਨੂੰ ਇੱਕਦਮ ਦਰੁਸਤ ਉਮੀਦਵਾਰ ਜਾਂ ਮੁੱਖ ਮੰਤਰੀ ਭਵਿੱਖ ਦਾ ਨਹੀਂ ਸਮਝਦਾ। ਦਿੱਲੀ ਲਈ ਉਹ ਠੀਕ ਹੈ ਅਰਵਿੰਦ ਕੇਜਰੀਵਾਲ, ਜੋ ਕੁਝ ਪਿਛਲੇ ਸਮੇਂ 'ਚ ਉਸਨੇ ਕੀਤਾ, ਪਰ ਹੁਣ ਜੇ ਕੇਜਰੀਵਾਲ ਵੀ ਫੇਲ ਹੈ, ਕੋਵਿਡ ਵਾਲੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਵੀ ਆ ਕੇ ਫੇਲ ਹੋ ਗਿਆ। ਚਲੋ ਇਹਦੇ 'ਚ ਤਾਂ ਕੇਂਦਰ ਦੀ ਸਰਕਾਰ ਵੀ ਉਹਨਾਂ ਕੁਝ ਨਹੀਂ ਕਰ ਸਕੀ ਜਿੰਨਾ ਕਰਨਾ ਚਾਹੀਦਾ ਸੀ। ਸਾਰੀਆਂ ਸਰਕਾਰਾਂ ਹੀ ਇਹਦੇ ਤੇ ਇੱਕ ਤਰੀਕੇ ਨਾਲ ਫੇਲ ਹੋਈਆਂ ਨੇ ਮੁਲਕ ਦੇ ਵਿੱਚ ਲਗਭਗ। ਜਿਹੜੀ ਗੱਲ ਹੁਣ ਰਵਨੀਤ ਬਿੱਟੂ ਦੀ ਹੈ, ਹੁਣ ਰਵਨੀਤ ਬਿੱਟੂ ਨਵਜੋਤ ਸਿੱਧੂ ਤੇ ਜਦੋਂ ਇਹ ਸਵਾਲ ਚੱਕਦਾ ਹੈ ਤੇ ਕੀ ਇਹਦੇ ਪਿੱਛੇ ਕੀ ਸੋਚ ਇਹਦੇ ਪਿੱਛੇ ਕੰਮ ਕਰਦੀ ਹੈ, ਇਹ ਸਵਾਲ ਵੱਡਾ ਹੈ। ਕਿ ਰਵਨੀਤ ਬਿੱਟੂ ਨੂੰ ਵੀ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਨਵਜੋਤ ਸਿੱਧੂ ਨੇ ਜਿਹੜਾ ਖੁੱਲ੍ਹਾ ਟਾਕਰਾ ਕੈਪਟਨ ਅਮਰਿੰਦਰ ਸਿੰਘ ਨਾਲ ਲੈ ਲਿਆ, ਕਿਤੇ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਅਗਰ ਇਹਨਾਂ ਦੋਹਾਂ ਦਾ ਕੋਈ ਬਦਲ ਦੇਖਣਾ ਚਾਹਵੇ ਤੇ ਮੈਂ ਦਿਖਾਂ, ਕਿਉਂਕਿ ਰਵਨੀਤ ਬਿੱਟੂ ਨੂੰ ਪਿੱਛੇ ਜਿਹੀ ਜਿਹੜੇ ਪਾਰਲੀਮੈਂਟ ਮੈਂਬਰ ਨੇ ਕਾਂਗਰਸ ਉਹਨਾਂ ਦਾ ਮੁਖੀ ਬਣਾਇਆ ਗਿਆ ਹੈ ਚੋਣਾਂ ਕਰਕੇ। ਜਿਹੜੇ ਪੁਰਾਣੇ ਚੌਧਰੀ ਸਾਹਿਬ ਸੀ ਉਹ ਪੱਛਮੀ ਬੰਗਾਲ ਦੇ ਵਿੱਚ ਰੁੱਝੇ ਹੋਏ ਨੇ। ਇਹ ਵੀ ਇੱਕ ਸੋਚ ਹੋ ਸਕਦੀ ਹੈ ਰਵਨੀਤ ਬਿੱਟੂ ਦੀ। ਦੂਸਰਾ ਇਹ ਵੀ ਹੋ ਸਕਦਾ ਹੈ ਕਿ ਰਵਨੀਤ ਬਿੱਟੂ ਨੂੰ ਲੱਗਦਾ ਹੋਵੇ ਕਿ ਕੈਪਟਨ ਨਾਲ ਖੁੱਲ੍ਹਾ ਟਾਕਰਾ ਲੈ ਕੇ ਕਿਤੇ ਨਵਜੋਤ ਸਿੰਘ ਸਿੱਧੂ ਜ਼ਿਆਦਾ ਮਜ਼ਬੂਤ ਨਾ ਹੋ ਜੇ, ਕਿਉਂਕਿ ਕਾਂਗਰਸ ਅਸੀਂ ਅਕਸਰ ਦੇਖਦੇ ਹਾਂ ਕਾਂਗਰਸ 'ਚ ਟੀਮ ਵਰਕ ਘੱਟ ਹੁੰਦਾ। ਕਾਂਗਰਸ 'ਚ ਟੀਮ ਵਰਕ ਕਹਿਣ ਨੂੰ ਹੁੰਦਾ, ਬਹੁਤਾ ਟੀਮ ਵਰਕ ਕਾਂਗਰਸ 'ਚ ਕਦੀ ਦਿਖਦਾ ਨਹੀਂ। ਇਹ ਤਾਂ ਖੁੱਲ੍ਹੀ ਕਿਤਾਬ ਵਾਲੀ ਗੱਲ ਹੈ, ਤਾਂ ਸਾਰਿਆਂ ਨੂੰ ਪਤਾ ਹੈ ਗੁੱਟਬੰਦੀ ਕਾਂਗਰਸ 'ਚ ਹੁੰਦੀ ਹੈ, ਹੁਣ ਵਾਲੀ ਕਾਂਗਰਸ 'ਚ ਵੀ ਗੁੱਟਬੰਦੀ ਹੈ। ਰਵਨੀਤ ਬਿੱਟੂ ਦੇ ਇਹ ਬਿਆਨ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੀ ਵੱਧਦੀ ਤਾਕਤ ਨੂੰ ਚੁਣੌਤੀ ਦੇਣ ਲਈ ਤਾਂ ਨਹੀਂ ਦਿੱਤੇ ਜਾ ਰਹੇ ਵੀ ਕਿਤੇ ਰਵਨੀਤ ਬਿੱਟੂ ਇਹ ਨਾ ਸੋਚਦੇ ਹੋਣ ਵੀ ਕਿਤੇ ਨਵਜੋਤ ਸਿੱਧੂ ਜ਼ਿਆਦਾ ਤਾਕਤਵਰ ਨਾ ਹੋ ਜੇ। ਉਂਝ ਰਵਨੀਤ ਬਿੱਟੂ ਨੇ ਕਦੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਤਰ੍ਹਾਂ ਨਾਲ ਖੁੱਲ੍ਹ ਕੇ ਟਾਕਰਾ ਨਹੀਂ ਲਿਆ ਜਿਵੇਂ ਨਵਜੋਤ ਸਿੰਘ ਸਿੱਧੂ ਲੈ ਰਹੇ ਨੇ। ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਨੇ ਜਿਹੜੀਆਂ ਇਹ ਜ਼ਰੂਰ ਪੰਜਾਬ ਦੇ ਵਿੱਚ ਚਰਚਾ ਦਾ ਮੁੱਦਾ ਬਣਨਗੀਆਂ। ਪਰ ਕੀ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਦੀ ਹਾਈ ਕਮਾਂਡ ਇਸ ਮਸਲੇ ਤੇ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕਰ ਸਕਦੀ ਹੈ? ਅਗਰ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਨਹੀਂ ਹੁੰਦੀ ਤੇ ਰਵਨੀਤ ਬਿੱਟੂ ਦਾ ਸਟੈਂਡ ਕੀ ਹੋਊਗਾ? ਅਗਰ ਕਾਂਗਰਸ ਇਸ ਮਸਲੇ ਤੇ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕਰਦੀ ਹੈ ਤੇ ਸਵਾਲ ਕਾਂਗਰਸ ਦੀ ਕਾਰਵਾਈ ਤੇ ਵੀ ਖੜੇ ਹੋਣਗੇ, ਕਿਉਂਕਿ ਕਾਂਗਰਸ ਨੇ ਤਾਂ ਵਾਅਦਾ ਕੀਤਾ ਸੀ ਕਿ ਅਸੀਂ ਇਨਸਾਫ ਦੇਵਾਂਗੇ। ਹੁਣ ਸਿੱਧੂ ਕੀ ਕਰ ਰਿਹਾ? ਸਿੱਧੂ ਵੀ ਇਹੀ ਕਹਿ ਰਿਹਾ ਨਾ ਵੀ ਪੰਜਾਬ ਦੇ ਗ੍ਰਹਿ ਮੰਤਰੀ ਨੇ ਇਨਸਾਫ ਨਹੀਂ ਦਿੱਤਾ। ਸਿੱਧੂ ਇਨਸਾਫ ਮੰਗ ਰਿਹਾ। ਇਸ ਕਰਕੇ ਰਵਨੀਤ ਬਿੱਟੂ ਦੇ ਜਿਹੜੇ ਇਸ ਤਰੀਕੇ ਦੇ ਸੋਸ਼ਲ ਮੀਡੀਆ ਤੇ ਟਵੀਟ ਨੇ ਇੱਕ ਤਰੀਕੇ ਨਾਲ ਇਹ ਸਿਆਸੀ ਜੰਗ ਹੈ ਕਾਂਗਰਸੀਆਂ ਦੀ। ਨਵਜੋਤ ਸਿੱਧੂ ਹੁਣ ਤੱਕ ਟਵੀਟ ਕਰ ਰਿਹਾ ਸੀ, ਹੁਣ ਰਵਨੀਤ ਬਿੱਟੂ ਦੇ ਟਵੀਟ ਆ ਗਏ। ਪ੍ਰਤਾਪ ਬਾਜਵਾ ਨੇ ਵੀ ਚਿੱਠੀ ਲਿਖੀ ਕੈਪਟਨ ਅਮਰਿੰਦਰ ਨੂੰ ਕਿ ਸਿੱਟ ਜਲਦ ਤੋਂ ਜਲਦ ਬਣਾਈ ਜਾਵੇ। ਉਧਰ ਕੱਲ ਇੱਕ ਮੀਟਿੰਗ ਹੋਈ ਆ, ਉਹਦੇ ਵਿੱਚ ਸੁਖਪਾਲ ਖਹਿਰਾ ਸੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਜੀ ਸੀ ਔਰ ਕਈ ਹੋਰ ਸਿੱਖ ਬੁੱਧੀਜੀਵੀ ਸੀ। ਇਹਨਾਂ ਨੇ ਮੀਟਿੰਗ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਵਾਲੀ ਜਿਹੜੀ ਸਿੱਟ ਹਾਈ ਕੋਰਟ ਨੇ ਖਾਰਜ ਕੀਤੀ ਆ ਉਹਦਾ ਕੀ ਪ੍ਰਭਾਵ ਪਊਗਾ, ਉਹਦਾ ਕੀ ਅਸਰ ਪਊਗਾ, ਔਰ ਮੰਗ ਵੀ ਕੀਤੀ
ਕਿ ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਇਨਸਾਫ ਦੇਵਾਂਗੇ, ਉਹ ਇਨਸਾਫ ਹੁਣ ਕਿਵੇਂ ਮਿਲੂਗਾ ਔਰ ਸਿੱਟ ਦੇ ਖਾਰਜ ਹੋਣ ਦੇ ਕਾਰਨ ਕੀ ਰਹੇ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਦਾ ਦਫ਼ਤਰ ਕਮਜ਼ੋਰ ਰਿਹਾ ਜਾਂ ਕਿ ਸਰਕਾਰ ਦੀ ਇੱਛਾ ਸ਼ਕਤੀ ਨਹੀਂ। ਸੁਖਪਾਲ ਖਹਿਰਾ ਨੇ ਵੀ ਕੈਪਟਨ ਅਮਰਿੰਦਰ ਨੂੰ ਨਿਸ਼ਾਨੇ ਤੇ ਲਿਆ, ਸੁਖਪਾਲ ਖਹਿਰਾ ਨੇ ਵੀ ਪਿਛਲੀ ਸਰਕਾਰ ਦੇ ਹਾਕਮਾਂ ਨੂੰ ਨਿਸ਼ਾਨੇ ਤੇ ਲਿਆ ਔਰ 27 ਅਪ੍ਰੈਲ ਨੂੰ ਹੁਣ ਮੁੜ ਮੀਟਿੰਗ ਰੱਖੀ ਹੈ। 27 ਅਪ੍ਰੈਲ ਨੂੰ ਇਸ ਮਸਲੇ ਤੇ ਮੁੜ ਮੀਟਿੰਗ ਹੋਊਗੀ ਔਰ ਸੁਖਪਾਲ ਖਹਿਰਾ ਨੇ ਵੀ ਇਹ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ। ਵੀਡੀਓ ਵੀ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਹੈ। ਸੋ ਮਤਲਬ ਹੁਣ ਸਿੱਟ ਦਾ ਮਸਲਾ, ਬੇਅਦਬੀਆਂ ਦੇ ਇਨਸਾਫ ਦਾ ਮਸਲਾ, ਕੋਟਕਪੁਰਾ ਗੋਲੀकांड ਦੀ ਜਾਂਚ ਦਾ ਮਸਲਾ, ਇਹ ਸਾਰੇ ਮਸਲੇ ਕੋਵਿਡ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ, ਫੇਸਬੁੱਕ, ਟਵਿੱਟਰ ਵਾਰ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਨੇ ਔਰ ਸਾਰੇ ਲੀਡਰ ਨੇ ਜਿਹੜੇ ਉਹ ਇਸ ਮਸਲੇ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਹੁਣ ਅਭਿਆਨ ਛੇੜ ਚੁੱਕੇ ਨੇ। ਇਹ ਸਥਿਤੀਆਂ ਕਿੱਥੇ ਤੱਕ ਜਾਣਗੀਆਂ ਆਉਂਦੇ ਦਿਨਾਂ ਦੇ ਵਿੱਚ, ਇਹ ਮਸਲਾ ਸਿਆਸੀ ਤੌਰ ਤੇ ਕੀ ਰੁਖ ਅਖਤਿਆਰ ਕਰਦਾ ਹੈ, ਸਾਰਿਆਂ ਦੀ ਨਜ਼ਰ ਬਣੀ ਰਹੂਗੀ। ਪਹਿਲਾਂ ਗੱਲ ਸੁਣ ਲਈਏ ਸੁਖਪਾਲ ਖਹਿਰਾ ਦੀ ਵੀ ਕਿ ਸੁਖਪਾਲ ਖਹਿਰਾ ਨੇ ਹੋਰ ਕੀ ਕਿਹਾ। ਤੇ ਅੱਜ ਇੱਕ ਮੀਟਿੰਗ ਕਾਫੀ 3-4 ਘੰਟੇ ਇਹ ਮੀਟਿੰਗ ਸਾਡੀ ਚੱਲੀ ਆ ਔਰ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਭਾਈ ਰਣਜੀਤ ਸਿੰਘ ਜੀ ਸਾਬਕ ਜਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬ, ਅਸੀਂ ਉਹਨਾਂ ਨੂੰ ਆਥੋਰਾਈਜ਼ ਕੀਤਾ ਵਾ ਕਿ ਤੁਸੀਂ ਇਸ ਨੂੰ ਅੱਗੇ ਲੈ ਕੇ ਜਾਓ ਅਗਲੇ ਪੜਾਅ ਵਿੱਚ, ਤਾਂ ਕਿ ਅਸੀਂ ਇਸ ਪੋਲੀਟੀਕਲੀ ਮੋਟੀਵੇਟਡ ਫੈਸਲੇ ਦਾ ਵਿਰੋਧ ਕਰ ਸਕੀਏ। ਇਸ ਵਿੱਚ ਜਿਹੜੀਆਂ ਧਿਰਾਂ ਜਿਹੜੀਆਂ ਗੁਨਾਹਗਾਰ ਨੇ ਤੇ ਲੇਕਿਨ ਅੱਜ 6 ਸਾਲ ਬਾਅਦ ਅਚਾਨਕ ਬੇਗੁਨਾਹ ਹੋ ਕੇ ਛਾਤੀਆਂ ਚੌੜੀਆਂ ਕਰਕੇ ਸੁਖਬੀਰ ਬਾਦਲ ਵਰਗੇ ਤੇ ਅਕਾਲੀ ਜਿਹੜੇ ਨੇ ਬਾਦਲ ਦੇ ਦਲ ਦੇ, ਉਹ ਮੂਹਰੇ ਆਣ ਕੇ ਟਿਚਰਾਂ ਕਰ ਰਹੇ ਨੇ, ਲੋਕਾਂ ਨੂੰ ਇਨਸਾਫ ਦੀ ਲੜਾਈ ਲੜਨ ਵਾਲਿਆਂ ਨੂੰ ਟਿਚਰਾਂ ਕਰ ਰਹੇ ਨੇ। ਸੋ ਤੁਸੀਂ ਗੱਲ ਸੁਣੀ ਸੁਖਪਾਲ ਖਹਿਰਾ ਦੀ ਔਰ ਹੁਣ ਤੁਹਾਨੂੰ ਗੱਲ ਸੁਣਾਉਂਦੇ ਆ ਰਵਨੀਤ ਬਿੱਟੂ ਦੀ। ਕੁਝ ਦਿਨ ਪਹਿਲਾਂ ਰਵਨੀਤ ਬਿੱਟੂ ਨੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇਹ ਆਪਣੀ ਪੋਸਟ ਪਾਈ ਸੀ ਜਿਹਦੇ ਵਿੱਚ ਉਹਨਾਂ ਨੇ ਸਿੱਧਾ ਸਿਆਸੀ ਨਿਸ਼ਾਨੇ ਤੇ ਕਿਸ ਨੂੰ ਲਿਆ ਸੀ। ਇੱਕ ਵਾਰੀ ਸੁਣਦੇ ਹਾਂ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਇਹ ਐਡੀ ਵੱਡੀ ਦੁਖਦਾਈ ਘਟਨਾ ਹੋਈ, ਇਹ ਉਸ ਪਾਰਟੀ ਦੇ ਸਭ ਤੋਂ ਵੱਡੇ ਚਿਹਰੇ ਸੀ ਬੀਜੇਪੀ ਅਕਾਲੀ ਦਲ ਦੇ। ਇਹ ਸਰਦਾਰ ਜੀ ਸਭ ਤੋਂ ਵੱਧ ਜੇ ਕੰਪੇਨ ਕਰਦੇ ਸੀ ਉਹਨਾਂ ਦੇ ਬਾਕੀ ਸਟੇਟਾਂ 'ਚ ਵੀ ਜਾ ਕੇ, ਤਾਂ ਇਹ ਹੁੱਬ ਕੇ ਕਰਦੇ ਸੀ, ਠੋਕੋ ਤਾੜੀ ਕਰਦੇ ਸੀ। 2016 'ਚ ਜਦੋਂ 17 'ਚ ਤਾਂ ਇਲੈਕਸ਼ਨਾਂ ਹੀ ਫਰਵਰੀ 'ਚ ਆ ਗਿਆ, 16 ਨਵੰਬਰ 'ਚ ਇਹਨਾਂ ਨੇ ਕਾਂਗਰਸ ਪਾਰਟੀ 2016 'ਚ ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਤੇ ਉਦੋਂ ਬਾਅਦ 4.5 ਸਾਲ ਆਪਾਂ ਇੱਧਰ ਰਹੇ, ਹਜੇ ਵੀ ਵਿੱਚ ਹੀ ਆ। ਤੇ ਹੁਣ ਜਦੋਂ ਵੀ ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਉਹਨਾਂ ਤੇ ਚੰਗੇ ਕੰਮ ਵੀ ਲੱਗਦੇ ਆ, ਉਹਨਾਂ ਤੇ ਮਾੜੇ ਕੰਮ ਵੀ ਲੱਗਦੇ ਆ। ਇਹ ਨਹੀਂ ਹੁੰਦਾ ਵੀ ਜਦੋਂ ਹੁਣ ਪੂਰਾ ਟਾਈਮ ਉਹਦਾ ਹੋ ਜੇ ਤੇ ਛਾਲ ਮਾਰ ਕੇ ਦੂਜੇ ਪਾਸੇ ਭੱਜੋ, ਇਹ ਕਿਵੇਂ ਹੋ ਸਕਦਾ। ਜ਼ਿੰਮੇਵਾਰੀ ਪੂਰੀ ਟੀਮ ਦੀ 11 ਦੇ 11 ਪਲੇਅਰਾਂ ਦੀ ਹੁੰਦੀ ਆ ਕਿ ਚਾਹੇ ਜਿਹੜੇ ਨਾਲ ਐਕਸਟਰਾ ਬੈਠੇ ਹੁੰਦੇ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਹੁੰਦੀ ਆ ਹਾਰ ਜਿੱਤ। ਇਹ ਨਹੀਂ ਹੋ ਸਕਦਾ ਵੀ ਬਾਹਰ ਨਿਕਲ ਕੇ ਕੱਲਾ ਜੇ ਹਾਰ ਕਹਿ ਦੋ ਕੱਲੇ ਕਪਤਾਨ ਦੀ ਤੇ ਜਿੱਤ ਸਾਰਿਆਂ ਦੀ, ਇਹ ਨਹੀਂ ਹੈ। ਇਸ ਕਰਕੇ ਪਹਿਲਾਂ ਵੀ ਤੁਸੀਂ ਉਹਨਾਂ ਨਾਲ ਰਹੇ ਤੇ ਜਦੋਂ ਦੇਖਿਆ ਲੋਕਾਂ ਦਾ ਹੱਲ ਕਿੱਧਰ ਨੂੰ ਆ, ਉਸ ਕਿਸ਼ਤੀ ਤੋਂ ਛਾਲ ਮਾਰ ਗਏ। ਤੇ ਹੁਣ ਜਦੋਂ ਕਾਂਗਰਸ ਪਾਰਟੀ ਜਿਨ੍ਹਾਂ ਦੀ ਸਰਕਾਰ ਬਣੀ ਹੈ, ਗੱਲ ਤਾਂ ਇਹ ਆ ਵੀ ਤੁਸੀਂ ਇਕੱਠੇ ਹੋ ਕੇ, ਲੀਡਰ ਤਾਂ ਉਹ ਹੁੰਦਾ, ਛੱਡ ਕੇ ਭੱਜਣ ਵਾਲੇ ਨੂੰ ਲੀਡਰ ਨਹੀਂ ਕਹਿੰਦੇ। ਲੀਡਰ ਉਹ ਹੁੰਦਾ ਜਿਹੜਾ ਵਿੱਚ ਬਹਿ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਕਿਸ ਤਰੀਕੇ ਨਾਲ ਇਸ ਘੜੀ ਚੋਂ ਆਪਾਂ ਨਿਕਲਣਾ, ਕਿਸ ਤਰੀਕੇ ਨਾਲ ਲੋਕਾਂ ਨੂੰ ਸੱਚਾਈ ਲੋਕਾਂ ਦੇ ਸਾਹਮਣੇ ਲੈ ਕੇ ਜਾਣੀ ਹੈ। ਗੱਲ ਤਾਂ ਉਹਦੀ ਆ। ਭੱਜਣਾ ਤਾਂ ਬਹੁਤ ਸੌਖਾ ਹੁੰਦਾ, ਭੱਜਦੇ ਤਾਂ ਕਾਇਰ ਹੁੰਦੇ ਆ। ਤੇ ਜਦੋਂ ਔਖੀ ਘੜੀ ਆਏ ਤੇ ਤੁਸੀਂ ਆਪਣੇ ਨਾਲ ਲੋਕਾਂ ਨੂੰ ਜੋੜੋ, ਐਮਐਲਏ ਮੰਤਰੀ ਸਭ ਗੱਲ ਕਰੋ ਬੈਠ ਕੇ ਵੀ ਹੁਣ ਇਸ ਹੋ ਗਿਆ ਜੋ ਹੋ ਗਿਆ, ਬਹੁਤ ਮਾੜਾ ਹੋਇਆ। ਇਹ ਸਿਰਫ ਹੋਇਆ ਇਸ ਕਰਕੇ ਆ ਵੀ ਗੱਲ ਕਿਸੇ ਤੱਕ ਪਹੁੰਚਦੀ ਨਹੀਂ। ਜੇ ਪਹੁੰਚਦੀ ਆ ਤਾਂ ਅਫਸਰ ਸਮਾਨ ਨੇ ਜਿਹੜੇ ਉਹ ਬਹੁਤ ਜ਼ਿਆਦਾ, ਮੈਂ ਸਮਝਦਾ ਕਿਤੇ ਨਾ ਕਿਤੇ ਹੋਰ ਤਰ੍ਹਾਂ ਦਾ ਜਿਹੜਾ ਵਾਤਾਵਰਨ ਆ ਉਹ ਜਚਾ ਕੇ ਰੱਖਦੇ ਆ। ਮੈਂ ਜਿਵੇਂ ਕਿਹਾ ਵੀ ਇਹਨਾਂ ਨੇ ਤਾਂ ਦੁਬਾਰਾ ਸਰਕਾਰ ਜਿਹਦੀ ਬਣ ਗਈ ਝੋਲਾ ਚੱਕ ਕੇ ਉਧਰ ਤੁਰ ਜਾਣਾ ਹੈ। ਸੋ ਹੁਣ ਗੱਲ ਕੁੰਵਰ ਵਿਜੇ ਪ੍ਰਤਾਪ ਦੀ ਵੀ ਕਰਦੇ ਹਾਂ। ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਰਵਨੀਤ ਬਿੱਟੂ ਦੀ ਗੱਲ ਨੂੰ ਹੋਰ ਸਪਸ਼ਟ ਕਰ ਲਾਂ। ਰਵਨੀਤ ਬਿੱਟੂ ਲਗਾਤਾਰ ਇਹ ਗੱਲ ਵੱਖ-ਵੱਖ ਇੰਟਰਵਿਊਜ਼ ਦੌਰਾਨ ਕਹਿੰਦੇ ਰਹੇ ਨੇ ਕਿ ਸੂਬੇ ਦੀ ਸਰਕਾਰ ਨੂੰ ਡਿਲੀਵਰ ਕਰਨਾ ਪਊਗਾ। ਅਗਰ ਸੂਬੇ ਦੀ ਸਰਕਾਰ ਡਿਲੀਵਰ ਨਹੀਂ ਕਰੂਗੀ ਤੇ ਲੋਕ ਸਵਾਲ ਪੁੱਛਣਗੇ। ਸੋ ਕਿਤੇ ਨਾ ਕਿਤੇ ਹੁਣ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ, ਕਿਉਂਕਿ ਚੋਣਾਂ ਨੂੰ ਘੱਟ ਸਮਾਂ ਰਹਿ ਗਿਆ,
ਰਵਨੀਤ ਬਿੱਟੂ ਵੀ ਸਰਗਰਮ ਹੋ ਰਹੇ ਨੇ, ਜਿਵੇਂ ਬਾਕੀ ਲੀਡਰ ਕਾਂਗਰਸ ਦੇ ਸਰਗਰਮ ਹੋ ਰਹੇ ਨੇ। ਸ਼ਮਸ਼ੇਰ ਦੂਲੋ ਦਾ ਵੀ ਕੁਝ ਦਿਨ ਪਹਿਲਾਂ ਬਿਆਨ ਆਇਆ ਸੀ। ਸੋ ਕਾਂਗਰਸ 'ਚ ਅੰਦਰੂਨੀ ਸਰਗਰਮੀ ਹੈ ਜਿਹੜੀ, ਉਹ ਤਾਂ ਹੈ ਹੀ ਹੈ। ਸੋਸ਼ਲ ਮੀਡੀਆ ਦੀ ਜਿਹੜੀ ਸਰਗਰਮੀ ਹੈ ਉਹ ਵੀ ਕਾफ़ੀ ज़्यादा ਜ਼ੋਰ ਫੜ ਰਹੀ ਹੈ, ਔਰ ਰਵਨੀਤ ਬਿੱਟੂ ਕਾफ़ी ਸਰਗਰਮ ਰਹੇ ਨੇ ਜੰਤਰ ਮੰਤਰ ਤੇ। ਸਾਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਲੰਮਾ ਸਮਾਂ ਰਵਨੀਤ ਬਿੱਟੂ ਦੀ ਅਗਵਾਈ ਦੇ ਵਿੱਚ ਉੱਥੇ ਧਰਨਾ ਵੀ ਚੱਲਿਆ ਕਿਸਾਨ ਮੋਰਚੇ ਦੇ ਸਮਰਥਨ 'ਚ, 3 ਕਾਨੂੰਨਾਂ ਦੇ ਵਿਰੋਧ ਦੇ ਵਿੱਚ। ਔਰ ਪਾਰਲੀਮੈਂਟ ਦੇ ਵਿੱਚ ਵੀ ਰਵਨੀਤ ਬਿੱਟੂ ਨੇ ਜਦੋਂ ਮੌਕਾ ਮਿਲਿਆ ਰਵਨੀਤ ਬਿੱਟੂ ਨੂੰ ਬੋਲਣ ਦਾ, ਤੇ ਸਾਹਮਣੇ ਪ੍ਰਧਾਨ ਮੰਤਰੀ ਸੀ, ਤੇ ਰਵਨੀਤ ਬਿੱਟੂ ਨੇ ਪੰਜਾਬ ਦੇ ਮਸਲੇ ਪਾਰਲੀਮੈਂਟ ਦੇ ਵਿੱਚ ਵੀ ਪਿਛਲੇ ਸਮਿਆਂ ਦੇ ਵਿੱਚ ਚੱਕੇ ਨੇ। ਅਜਿਹੀ ਗੱਲ ਨਹੀਂ ਹੈ ਕਿ ਰਵਨੀਤ ਬਿੱਟੂ ਨੇ ਪੰਜਾਬ ਦੀ ਗੱਲ ਨਹੀਂ ਕੀਤੀ, ਪਰ ਆਉਂਦੇ ਦਿਨਾਂ 'ਚ ਮੈਨੂੰ ਲੱਗਦਾ ਰਵਨੀਤ ਬਿੱਟੂ ਨੂੰ ਪੰਜਾਬ ਦੀ ਸਿਆਸਤ 'ਚ ਆਪਣਾ ਸਿਆਸਤ ਦਾ ਰੁਖ ਹੋਰ ਸਾਫ਼ ਕਰਨਾ ਪਊਗਾ। ਮੈਨੂੰ ਲੱਗਦਾ ਰਵਨੀਤ ਬਿੱਟੂ ਨੂੰ ਆਪਣਾ ਜਿਹੜਾ ਸਿਆਸੀ ਏਜੰਡਾ ਹੈ ਉਹ ਹੋਰ ਕਲੀਅਰ, ਸਾਫ਼, ਦਰੁਸਤ ਕਰਕੇ ਅੱਗੇ ਰੱਖਣਾ ਪਊਗਾ ਪੰਜਾਬ ਦੇ ਲੋਕਾਂ ਦੇ, ਤਾਂ ਕਿ ਹੋਰ ਗੰਭੀਰਤਾ ਦੇ ਨਾਲ ਰਵਨੀਤ ਬਿੱਟੂ ਪੰਜਾਬ ਦੇ ਵਿੱਚ ਆਪਣੀ ਸਿਆਸੀ ਸਫ਼ਰ ਹੈ ਜਿਹੜਾ ਉਹਨੂੰ ਅੱਗੇ ਵਧਾ ਸਕਣ। ਹੁਣ ਰੁੱਖ ਕਰਦੇ ਹਾਂ ਇੱਕ ਵੱਖਰੇ ਮਾਮਲੇ ਦਾ। ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਜਦੋਂ ਤੋਂ ਖਾਰਜ ਹੋਈ ਹੈ, ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਸਪਸ਼ਟ ਕਹਿਤਾ ਸੀ ਕਿ ਉਹ ਵਕਾਲਤ ਕਰਨਗੇ। ਉਹਨਾਂ ਨੂੰ ਬਾਰ ਦਾ ਲਾਇਸੈਂਸ ਵੀ ਮਿਲ ਗਿਆ, ਪਰ ਇੱਕ ਸਾਥੀ ਨੇ ਜਿਹੜੇ ਬਾਰ ਦੇ ਇੱਕ ਮੈਂਬਰ ਨੇ ਜਿਹੜੇ ਉਹਨਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਹੋਈ ਕਿ ਬਾਰ ਦਾ ਲਾਇਸੈਂਸ ਮਿਲਣ ਦੇ ਨਾਲ ਨਾਲ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਵੀ ਬਣਾ ਦਿੱਤਾ ਗਿਆ। ਉਹਨਾਂ ਨੂੰ ਇਸ 'ਤੇ ਇਤਰਾਜ਼ ਹੋਇਆ ਤੇ ਉਹਨਾਂ ਨੇ ਕੀ ਗੱਲ ਕਹੀ ਹੈ, ਆਓ ਸੁਣਦੇ ਹਾਂ। ਮੇਰੀ ਕੰਵਰ ਵਿਜੇ ਪ੍ਰਤਾਪ ਨਾਲ ਐਜ ਏ ਪਰਸਨ ਕੋਈ ਮੁਖਾਲਫਤ ਨਹੀਂ ਕਿਸੇ ਗੱਲੋਂ ਵੀ, ਕਿ ਉਹ ਚੰਗੇ ਆ ਮਾੜੇ ਆ, ਆਈ ਹੈਵ ਨਥਿੰਗ ਟੂ ਸੇ ਅਬਾਊਟ ਦਿਸ। ਮੈਨੂੰ ਤਾਂ ਇੱਕੋ ਗੱਲ ਦਾ ਹੀ ਗਿਲਾ ਸੀ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਫਰਾਈਡੇ ਸ਼ਾਮ ਨੂੰ ਵਕੀਲ ਬਣਾਇਆ ਗਿਆ, ਵਕਾਲਤ ਕਰਨ ਦਾ ਲਾਇਸੈਂਸ ਦਿੱਤਾ ਗਿਆ ਬਾਰ ਕੌਂਸਲ ਵੱਲੋਂ। ਉਹਦੇ ਨਾਲ ਦੀ ਨਾਲ ਹੀ ਇੱਕ ਹੱਥ 'ਚ ਲਾਇਸੈਂਸ ਫੜਾਤਾ, ਦੂਸਰੇ ਹੱਥ ਨਾਲ ਬਾਰ ਕੌਂਸਲ ਨੇ ਉਹਨੂੰ ਡਿਸਪਲਿਨਰੀ ਕਮੇਟੀ ਦਾ, ਅਨੁਸ਼ਾਸਨੀ ਕਮੇਟੀ ਦਾ ਮੈਂਬਰ ਬਣਾਤਾ। ਜਦੋਂ ਕਿ ਵਕੀਲਾਂ ਦਾ ਅਨੁਸ਼ਾਸਨ ਚੈੱਕ ਕਰਨ ਲਈ ਉਹਨੂੰ ਵਕਾਲਤ ਦਾ ਕੋਈ ਤਜਰਬਾ ਨਹੀਂ, ਉਹਨੂੰ ਵਕੀਲ ਦੀਆਂ ਸਮੱਸਿਆਵਾਂ ਦਾ, ਕਲਾਇੰਟ ਦੀਆਂ ਸਮੱਸਿਆਵਾਂ ਦਾ ਕੋਈ ਪਤਾ ਨਹੀਂ। ਇਹਦੇ ਲਈ ਮੈਂ ਤਾਂ ਬਾਰ ਕੌਂਸਲ ਨੂੰ ਟੈਲੀਫੋਨ ਤੇ ਵੀ ਸਾਰੇ ਮੈਂਬਰ ਸਾਹਿਬ ਜਿਨ੍ਹਾਂ ਨੂੰ ਮੈਂ ਕੰਟੈਕਟ ਕਰ ਸਕਿਆ ਇਹੀ ਬੇਨਤੀ ਕੀਤੀ ਵੀ ਉਹਨੂੰ ਕੋਈ ਤਜਰਬਾ ਨਹੀਂ, ਉਹਦੇ ਤੋਂ ਤੁਸੀਂ ਆਪਣਾ ਆਰਡਰ ਰਿਵਿਊ ਕਰੋ, ਵਾਪਸ ਲਓ। ਫਿਰ ਮੈਨੂੰ ਕਿਹਾ ਲਿਖਤੀ ਸ਼ਿਕਾਇਤ ਦਿਓ। ਫਿਰ ਮੈਂ ਚੇਅਰਮੈਨ ਸਾਹਿਬ ਮਿੰਦਰਜੀਤ ਯਾਦਵ ਜੀ ਸਾਡੇ, ਉਹਨਾਂ ਨੂੰ ਮੈਂ ਲਿਖਤੀ ਸ਼ਿਕਾਇਤ ਕੀਤੀ ਹੈ, ਤੇ ਮੈਨੂੰ ਇਹ ਪਤਾ ਲੱਗਿਆ ਹੈ ਉਹਨਾਂ ਨੇ ਭਰੋਸਾ ਵੀ ਦਵਾਇਆ ਵੀ ਮੰਡੇ ਸਾਡੀ ਮੀਟਿੰਗ ਹੈ, ਮੀਟਿੰਗ ਸ਼ਾਇਦ ਇਸ ਚੀਜ਼ ਨੂੰ ਉਹ ਰਿਵਿਊ ਕਰ ਲੈਣਗੇ। ਤੇ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਜੇ ਮੰਡੇ ਨੂੰ ਕੋਈ ਹੱਲ ਨਾ ਨਿਕਲਦਾ ਦਿਖਿਆ? ਅਗਲਾ ਸਟੈਪ ਮੈਨੂੰ ਪੂਰੀ ਹੋਪ ਹੈ, ਸਾਡੇ ਬਾਰ ਕੌਂਸਲ ਦੇ ਮੈਂਬਰ ਸਾਹਿਬਾਨ ਬਹੁਤ ਹੀ ਸੁਲਝੇ ਹੋਏ ਸਿਆਣੇ ਵਕੀਲ ਆ ਸਾਰੇ, ਉਹਨਾਂ ਨੂੰ ਇੱਥੋਂ ਦਾ ਵੀ ਬਾਰ ਕੌਂਸਲ ਦਾ ਵੀ ਬੜਾ ਤਜਰਬਾ ਹੈ। ਉਹ ਮੈਨੂੰ ਪੂਰੀ ਹੋਪ ਹੈ 100% ਇਹ ਆਰਡਰ ਨੂੰ ਰਿਵਿਊ ਕਰਕੇ ਇਹਨੂੰ ਡਿਸਪਲਿਨਰੀ ਕਮੇਟੀ 'ਚੋਂ ਕੱਢ ਦੇਣਗੇ। ਜੇ ਨਹੀਂ ਕੱਢਣਗੇ ਤਾਂ ਫਿਰ ਅਸੀਂ ਉਸ ਤੋਂ ਬਾਅਦ ਸੋਚਾਂਗੇ ਇਹਦੇ ਬਾਰੇ ਕੀ ਕਰਨਾ ਹੈ। ਸੋ ਹੁਣ ਨਵੇਂ ਸਿਰੇ ਤੋਂ ਜਿਹੜੀ ਬਾਰ ਕੌਂਸਲ ਹੈ ਉਹ ਜ਼ਰੂਰ ਇਹਦੇ ਉੱਪਰ ਵਿਚਾਰ ਕਰੇਗੀ, ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਆਉਂਦੇ ਸਮੇਂ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਫੈਸਲਾ ਇਹਦੇ 'ਤੇ ਆ ਸਕਦਾ ਹੈ। ਸੋ ਇਹ ਮਾਮਲੇ ਜਿਹੜੇ ਨੇ, ਇਹ ਸਾਡੇ ਜਿਹੜੇ ਵਕੀਲ ਨੇ ਬੜੇ ਸੀਨੀਅਰ ਜਾਂ ਕੌਂਸਲ ਹੈ, ਇਹ ਉਹਨਾਂ ਦੇ ਆਪਣੇ ਮਾਮਲੇ ਨੇ, ਔਰ ਆਸ ਕਰਦੇ ਹਾਂ ਕਿ ਇਹ ਮਾਮਲੇ ਹਮੇਸ਼ਾ ਦੀ ਤਰ੍ਹਾਂ ਬੜੀ ਸ਼ਾਲੀਨਤਾ ਦੇ ਨਾਲ ਹੀ ਨਿਬੜ ਜਾਣਗੇ। ਉਧਰ ਰੁਖ ਕਰਦੇ ਹਾਂ ਮੁਲਕ 'ਚ ਕੋਵਿਡ ਦੀਆਂ ਸਥਿਤੀਆਂ ਦਾ। ਮੁਲਕ 'ਚ ਕੋਵਿਡ ਦੀਆਂ ਸਥਿਤੀਆਂ ਹਜੇ ਵੀ ਉਸੇ ਤਰ੍ਹਾਂ ਚਿੰਤਾਜਨਕ ਬਣੀਆਂ ਹੋਈਆਂ ਨੇ। ਲਗਾਤਾਰ ਮੁਲਕ ਦੇ ਵਿੱਚ ਕੇਸ ਆਉਣ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ, ਔਰ ਮੁਲਕ 'ਚ ਫਿਰ 3 ਲੱਖ ਤੋਂ ਵੱਧ ਕੇਸ ਨੇ। ਹਾਲਾਂਕਿ ਲਗਾਤਾਰ ਇਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ, ਔਰ ਲਗਾਤਾਰ ਕੇਸ ਵੱਧ ਰਹੇ ਨੇ, ਔਰ ਮੁਲਕ 'ਚ ਹਜੇ ਵੀ ਆਕਸੀਜਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਕੰਟਰੋਲ ਹੇਠ ਨਹੀਂ ਹੈ। ਦਿੱਲੀ ਦੇ ਵਿੱਚ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਸਿਰਫ ਦਿੱਲੀ 'ਚ ਨਹੀਂ, ਹਰਿਆਣਾ ਦੇ ਵਿੱਚ ਵੀ, ਉੱਤਰ ਪ੍ਰਦੇਸ਼ ਦੇ ਵਿੱਚ ਵੀ, ਮਹਾਰਾਸ਼ਟਰ ਦੇ ਵਿੱਚ ਵੀ ਜਿਹੜੀ ਕਮੀ ਹੈ ਆਕਸੀਜਨ ਦੀ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ 'ਚ ਵੀ ਆਕਸੀਜਨ ਦੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਕਮੀ ਮਹਿਸੂਸ ਕੀਤੀ ਗਈ ਸੀ, ਜਿਹੜੇ ਇਲਜ਼ਾਮ ਲੱਗੇ ਸੀ ਕਿ ਕੁਝ ਲੋਕ ਦੁਨੀਆ ਤੋਂ ਚਲੇ ਗਏ। ਹਾਲਾਂਕਿ ਪੰਜਾਬ ਦੀ ਸਰਕਾਰ ਦਾ ਕਹਿਣਾ ਹੈ ਕਿ ਉਸ ਮਾਮਲੇ 'ਤੇ ਅਸੀਂ ਜਾਂਚ ਆਰੰਭੀ ਹੈ। ਉਧਰ ਆਕਸੀਜਨ ਦੇ ਮਸਲੇ 'ਤੇ ਮੁਲਕ 'ਚ ਸਿਆਸਤ ਵੀ ਹੋ ਰਹੀ ਹੈ, ਔਰ ਇਲਜ਼ਾਮ ਵੀ ਲੱਗ ਰਹੇ ਨੇ ਸੱਤਾਧਾਰੀ ਧਿਰਾਂ 'ਤੇ ਕਿ ਸੱਤਾਧਾਰੀ ਧਿਰਾਂ ਜ਼ਿਆਦਾ ਗੰਭੀਰ ਨਹੀਂ ਰਹੀਆਂ, ਰੈਲੀਆਂ 'ਚ ਰੁੱਝੀਆਂ ਰਹੀਆਂ, ਜਿਸ ਕਰਕੇ ਕੋਵਿਡ ਦੇ ਮਾਮਲੇ 'ਚ ਜ਼ਰੂਰੀ ਇੰਤਜ਼ਾਮ ਨਹੀਂ ਹੋਏ। ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਦੇ ਗੁਰਜੀਤ ਔਜਲਾ, ਉਹਨਾਂ ਦਾ ਵੀ ਇੱਕ ਵਾਰੀ ਆਕਸੀਜਨ 'ਤੇ ਬਿਆਨ ਸੁਣ ਲਈਏ, ਔਰ ਇੱਕ ਬਿਆਨ ਅਰਵਿੰਦ ਕੇਜਰੀਵਾਲ ਦਾ ਵੀ ਸੁਣ ਲਈਏ ਆਕਸੀਜਨ ਦੀਆਂ ਸਥਿਤੀਆਂ ਨੂੰ ਲੈ ਕੇ। ਦੇਖੋ, ਆਕਸੀਜਨ ਨੂੰ ਲੈ ਕੇ ਸਾਰੇ ਵਰਡ ਆ। ਅੱਜ ਇੱਕ ਟਰੱਕ ਹੁਣੇ ਜ ਲੱਥਾ ਹੈ ਕਰੀਬ 12 ਟਨ, ਔਰ ਬਾਕੀ ਦੂਸਰਾ ਟਰੱਕ ਆ ਰਿਹਾ, ਪਰ ਇਹ ਅਸੀਂ ਐਟ ਪਾਰ ਚੱਲ ਰਹੇ ਹਾਂ, ਕੋਈ ਜ਼ਿਆਦਾ ਸਟਾਕ ਨਹੀਂ ਹੈਗਾ। ਜਿਹੜੇ ਡਿਸਟਰੀਬਿਊਟਰ ਨੇ 4 ਉਹਨਾਂ ਕੋਲ ਵੀ ਖਤਮ ਹੋਈ ਪਈ ਹੈ ਇੱਥੇ।
ਸੋ ਬੜੇ ਪਰ ਫਿਰ ਵੀ ਬੜੀ ਮੁਸ਼ਤੈਦੀ ਦੇ ਨਾਲ ਡਿਪਟੀ ਕਮਿਸ਼ਨਰ ਡਾਕਟਰਸ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਔਰ ਰਾਤ ਜਾਗ ਕੇ, ਕਿਉਂਕਿ ਹਾਲਾਤ ਇਹ ਬਣੇ ਪਏ ਵੀ ਜਿਹੜੀ ਸਟੇਟ 'ਚੋਂ ਟਰੱਕ ਲੰਘਦਾ ਉਹ ਸਟੇਟ ਨੂੰ ਟਰੱਕ ਨੂੰ ਰੋਕ ਕੇ ਆਪਣੇ ਕੋਲ ਰੱਖ ਲੈਂਦਾ ਔਰ ਲੜਾਈ ਲੜ ਕੇ ਸਾਡੇ ਜਿਹੜੇ ਫਰੰਟ ਵਾਰੀਅਰ ਆ ਉਹ ਆਕਸੀਜਨ ਇਹਨਾਂ ਤੱਕ ਪਹੁੰਚਾ ਰਹੇ ਆ। ਇਹ ਸੈਂਟਰ ਗਵਰਨਮੈਂਟ ਦਾ ਫੇਲੀਅਰ ਹੈ ਕਿ ਉਹਨਾਂ ਨੇ ਬੰਗਾਲ ਦੀ ਇਲੈਕਸ਼ਨ ਨੂੰ ਤਰਜੀਹ ਦਿੱਤੀ, ਕਰੋਨਾ ਨੂੰ ਤਰਜੀਹ ਨਹੀਂ ਦਿੱਤੀ। ਅੱਜ ਉਹ ਇੰਨਾ ਵੱਧ ਚੁੱਕਾ ਹੈ ਕਿ ਅੱਜ ਉਹਦੀਆਂ ਫੈਸਿਲਿਟੀਆਂ ਜਿਹੜੀਆਂ ਘੱਟ ਪੈ ਰਹੀਆਂ ਨੇ। पिछले कुछ दिनों से हम देख रहे हैं कि दिल्ली में ऑक्सीजन की काफ़ी ज़्यादा समस्या हो रही है। दिल्ली में ऑक्सीजन की काफ़ी कमी महसूस हो रही है। हाँ, दिल्ली की इस वक्त ज़रूरत 700 टन की है और हमें केंद्र सरकार से 480 टन अलॉट हुई है। कल 10 टन और अलॉट किया केंद्र सरकार ने, 490 टन अब दिल्ली को अलॉट हुई है। लेकिन ये पूरी अलॉटमेंट भी अभी दिल्ली में नहीं आ रही है, इसका भी काफ़ी कम, एक तरह से कल 330-335 तक ही दिल्ली पहुंची है। तो 700 टन की ज़रूरत है इतने कोरोना की महामारी में, उसके मुकाबले में 330-335 ही पहुंच रही है। ये दिल्ली जो ऑक्सीजन की कमी है, दिल्ली के अंदर ऑक्सीजन पहुंच नहीं रही है, जगह जगह से जो ऑक्सीजन आनी है। ਸੋ ਤੁਸੀਂ ਇਹਨਾਂ ਦੇ ਬਿਆਨ ਸੁਣੇ। ਇਹਦੇ ਨਾਲ ਨਾਲ ਮੈਂ ਇਹ ਵੀ ਦੱਸ ਦਵਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲਾ ਕੀਤਾ ਹੈ ਔਰ ਹੁਕਮ ਜਾਰੀ ਕੀਤੇ ਨੇ ਕਿ ਮੁਲਕ 'ਚ 551 ਮੈਡੀਕਲ ਆਕਸੀਜਨ ਪਲਾਂਟ ਲਾਏ ਜਾਣ। ਸੋ ਹੁਣ ਮੁਲਕ ਦੇ ਵਿੱਚ ਨਵੇਂ 551 ਮੈਡੀਕਲ ਆਕਸੀਜਨ ਪਲਾਂਟ ਲੱਗਣਗੇ। ਆਸ ਕਰਦੇ ਹਾਂ ਕਿ ਛੇਤੀ ਕੰਮ ਹੋਊਗਾ, ਜਿਵੇਂ ਪ੍ਰਧਾਨ ਮੰਤਰੀ ਨੇ ਹੁਕਮ ਦਿੱਤਾ ਹੈ ਕਿ ਫੌਰੀ ਤੌਰ ਤੇ ਇਹਨਾਂ ਦੇ ਉੱਤੇ ਕੰਮ ਸ਼ੁਰੂ ਕੀਤਾ ਜਾਵੇ ਔਰ ਆਸ ਕਰਦੇ ਹਾਂ ਕਿ ਜਲਦ ਤੋਂ ਜਲਦ ਮੈਡੀਕਲ ਆਕਸੀਜਨ ਦਾ ਨਿਰਮਾਣ ਹੈ ਇਹਨਾਂ 551 ਪਲਾਂਟਾਂ 'ਚ ਹੋਊਗਾ ਤੇ ਮੁਲਕ 'ਚ ਜਿਹੜੀ ਆਕਸੀਜਨ ਦੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਚੰਗੀ ਹੋਊਗੀ। ਕਿਉਂਕਿ ਜਿਸ ਤਰ੍ਹਾਂ ਨਾਲ ਕੋਵਿਡ ਦੀ ਇਹ ਲਹਿਰ ਚੱਲ ਰਹੀ ਹੈ, ਕੇਸ ਬਹੁਤ ਜ਼ਿਆਦਾ ਨੇ ਔਰ ਵੱਖ-ਵੱਖ ਮਾਹਰ ਕਹਿ ਰਹੇ ਨੇ ਕਿ ਇਸ ਦਾ ਪੀਕ ਮਈ ਦੇ ਵਿੱਚ ਆਉਣਾ ਹੈ। ਸੋ ਮਈ 'ਚ ਅਗਰ ਕੇਸ ਹੋਰ ਵੱਧਦੇ ਨੇ ਤੇ ਆਕਸੀਜਨ ਦੀ ਕਮੀ ਇੱਕ ਵੱਡੀ ਸਮੱਸਿਆ ਸਾਡੇ ਲਈ ਬਣ ਸਕਦੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਜਲਦ ਤੋਂ ਜਲਦ ਆਕਸੀਜਨ ਦੇ ਜਿਹੜੇ ਪਲਾਂਟ ਨੇ ਉਹ ਸ਼ੁਰੂ ਕੀਤੇ ਜਾਣ। ਉਧਰ ਭਾਰਤੀ ਫੌਜ ਨੂੰ ਵੀ ਧੰਨਵਾਦ ਕਰਨਾ ਬਣਦਾ ਹੈ। ਭਾਰਤੀ ਫੌਜ ਲਗਾਤਾਰ ਸਰਗਰਮ ਹੈ ਆਕਸੀਜਨ ਦੀ ਉਪਲਬਧਤਾ ਲਈ। ਦੂਜੇ ਮੁਲਕਾਂ ਤੋਂ ਵੀ ਇੰਡੀਅਨ 에ਅਰ ਫੋਰਸ ਦੇ ਜਹਾਜ਼ ਨੇ ਜਿਹੜੇ ਉਹ ਆਕਸੀਜਨ ਦੇ ਕੰਟੇਨਰ ਲੈ ਕੇ ਭਾਰਤ ਦੇ ਵਿੱਚ ਪਹੁੰਚ ਰਹੇ ਨੇ। ਆਸ ਕਰਦੇ ਹਾਂ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਮੁਲਕ 'ਚ ਆਕਸੀਜਨ ਦੀ ਕਮੀ ਪੂਰੀ ਤਰ੍ਹਾਂ ਨਾਲ ਕੰਟਰੋਲ 'ਚ ਹੋਏਗੀ ਅਤੇ ਆਕਸੀਜਨ ਕਰਕੇ ਕਿਸੇ ਦੇ ਜਿਹੜੇ ਸਾਹ ਨੇ ਉਹ ਨਹੀਂ ਮੁੱਕਣਗੇ ਔਰ ਕੋਵਿਡ ਦੇ ਪ੍ਰਤੀ ਜਿਹੜੀ ਇਹ ਜੰਗ ਹੈ ਇਹ ਹਕੀਕਤ ਦੇ ਵਿੱਚ ਜੰਗ ਦੇ ਰੂਪ ਦੇ ਵਿੱਚ ਲੜੀ ਜਾਵੇ, ਸਿਰਫ ਗੱਲਾਂ ਰਾਹੀਂ ਜਿਹੜੀ ਇਹ ਜੰਗ ਹੈ ਇਹ ਨਾ ਲੜੀ ਜਾਵੇ। ਉਧਰ ਭੋਪਾਲ 'ਚ ਇੱਕ ਬੜਾ ਚੰਗਾ ਤਜਰਬਾ ਵੇਖਣ ਨੂੰ ਮਿਲਿਆ। ਭੋਪਾਲ ਦੇ ਵਿੱਚ ਇੱਕ ਰੇਲ ਗੱਡੀ ਦੇ ਵਿੱਚ 20 ਕੋਚ ਸੀ, 320 ਬੈੱਡ, ਉੱਥੇ 20 ਬੈੱਡਾਂ ਦਾ ਹਸਪਤਾਲ ਬਣਾ ਦਿੱਤਾ ਗਿਆ। ਸੋ 320 ਬੈੱਡਾਂ ਦਾ ਹਸਪਤਾਲ ਅਗਰ ਇੱਕ ਰੇਲ ਗੱਡੀ 'ਚ ਬਣ ਸਕਦਾ ਹੈ ਤੇ ਜ਼ਰੂਰ ਇਸ ਪਾਸੇ ਭਾਰਤ ਸਰਕਾਰ ਨੂੰ ਹੋਰ ਗੰਭੀਰਤਾ ਨਾਲ ਸੋਚਣਾ ਚਾਹੀਦਾ। ਪੀਯੂਸ਼ ਗੋਇਲ ਨੂੰ ਖਾਸ ਤੌਰ ਤੇ ਜਿਹੜੇ ਰੇਲ ਮੰਤਰੀ ਨੇ, ਜਦੋਂ ਕਿਸਾਨਾਂ ਦਾ ਪੰਜਾਬ 'ਚ ਅੰਦੋਲਨ ਸੀ, ਧਰਨੇ ਤੇ ਕਿਸਾਨ ਬੈਠੇ ਸੀ ਤੇ ਰੇਲਾਂ ਰੋਕੀਆਂ ਸੀ ਕਿ ਅਸੀਂ ਪੰਜਾਬ 'ਚ ਰੇਲਾਂ ਨਹੀਂ ਭੇਜਣੀਆਂ, ਪੈਸੇਂਜਰ ਗੱਡੀਆਂ ਨਾਲ ਚੱਲਣਗੀਆਂ ਤੇ ਮਾਲ ਗੱਡੀਆਂ ਅਸੀਂ ਭੇਜਾਂਗੇ। ਸੋ ਉਹਨਾਂ ਸਾਰੀਆਂ ਹੀ ਰੇਲ ਗੱਡੀਆਂ ਨੂੰ ਹੁਣ ਕੋਵਿਡ ਦੇ ਮਰੀਜ਼ਾਂ ਲਈ ਵਰਤਿਆ ਜਾਣਾ ਚਾਹੀਦਾ ਹੈ ਔਰ ਮੁਲਕ 'ਚ ਰੇਲ ਗੱਡੀਆਂ ਨੂੰ ਵੱਧ ਤੋਂ ਵੱਧ ਵੈਂਟੀਲੇਟਰ ਔਰ ਆਕਸੀਜਨ ਦੀ ਸਹੂਲਤ ਨਾਲ ਲੈਸ ਕਰ ਦਿੱਤਾ ਜਾਣਾ ਚਾਹੀਦਾ ਤਾਂ ਕਿ ਰੱਬ ਨਾ ਕਰੇ ਮੁਲਕ ਦੇ ਵਿੱਚ ਕੇਸ ਹੋਰ ਵਧਣ ਤੇ ਸਥਿਤੀਆਂ ਚਿੰਤਾਜਨਕ ਬਣਨ। ਉਸ ਵੇਲੇ ਇਹ ਕਾਫੀ ਜ਼ਿਆਦਾ ਸਹਾਈ ਮੁਲਕ 'ਚ ਹੋ ਸਕਦੀਆਂ ਨੇ ਕਿਉਂਕਿ ਸਾਡੇ ਕੋਲੇ ਬਹੁਤ ਜ਼ਿਆਦਾ ਰੇਲ ਗੱਡੀਆਂ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਆਈਸੋਲੇਸ਼ਨ ਹੈ, ਜਿਹੜੀ ਉਹ ਵੀ ਕੁਆਰੰਟਾਈਨ ਹੈ ਜਿਹੜਾ ਲੋਕਾਂ ਦਾ, ਉਹ ਵੀ ਆਸਾਨੀ ਨਾਲ ਹੋ ਸਕਦਾ। ਸੋ ਰੇਲ ਗੱਡੀਆਂ ਨੂੰ ਬੈੱਡ ਬਣਾਉਣ ਦਾ ਜਿਹੜਾ ਤਜਰਬਾ ਹੈ ਉਹ ਬੇਹੱਦ ਕਾਮਯਾਬ ਹੋ ਸਕਦਾ ਔਰ ਇਸ ਪਾਸੇ ਭਾਰਤ ਸਰਕਾਰ ਨੂੰ ਬਹੁਤ ਗੰਭੀਰਤਾ ਦੇ ਨਾਲ ਸੋਚਣ ਦੀ ਜ਼ਰੂਰਤ ਹੈ। ਉਧਰ ਦਿੱਲੀ ਦੇ ਵਿੱਚ ਜਿਹੜੀ ਲਾਕਡਾਊਨ ਦੀ ਮਿਆਦ ਹੈ ਉਹ ਅਗਲੇ ਸੋਮਵਾਰ ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਅੱਜ ਦੇ ਸੋਮਵਾਰ ਨੂੰ, ਅੱਜ ਸੋਮਵਾਰ ਮਤਲਬ ਕਿ 26 ਅਪ੍ਰੈਲ ਸਵੇਰ ਤੱਕ ਜਿਹੜਾ ਸੀ ਉਹ ਲਾਕਡਾਊਨ ਲਾਇਆ ਗਿਆ ਸੀ। ਪਰ ਦਿੱਲੀ ਦੇ ਵਿੱਚ ਹਜੇ ਵੀ ਜਿਹੜੀ ਪੋਜ਼ਿਟਿਵਿਟੀ ਦਰ ਹੈ ਉਹ 30-32 ਦੇ ਆਸ-ਪਾਸ ਬਣੀ ਹੋਈ ਹੈ। ਸਧਾਰਨ ਸ਼ਬਦਾਂ ਦੇ ਵਿੱਚ ਹਰ 100 ਦੇ ਵਿੱਚੋਂ 30-32 ਲੋਕ ਨੇ ਜਿਹੜੇ ਉਹ ਪੋਜ਼ਿਟਿਵ ਪਾਏ ਜਾ ਰਹੇ ਨੇ। ਇਹ ਸਥਿਤੀਆਂ ਜ਼ਿਆਦਾ ਚੰਗੀਆਂ ਨਹੀਂ ਹੈ, ਇਹ ਕੰਟਰੋਲ 'ਚ ਆਉਣੀਆਂ ਚਾਹੀਦੀਆਂ ਨੇ। ਇਸੇ ਤਰਕ ਤੇ ਅਰਵਿੰਦ ਕੇਜਰੀਵਾਲ ਨੇ ਇੱਕ ਹਫ਼ਤੇ ਲਈ ਜਿਹੜਾ ਲਾਕਡਾਊਨ ਹੈ ਉਹ ਹੋਰ ਅੱਗੇ ਪਾ ਦਿੱਤਾ। ਹੁਣ ਅਗਲੇ ਸੋਮਵਾਰ ਤੱਕ ਜਿਹੜਾ ਲਾਕਡਾਊਨ ਹੈ ਦਿੱਲੀ ਦੇ ਵਿੱਚ ਉਹ ਰਹੇਗਾ।
ਉਧਰ ਪੰਜਾਬ ਦੇ ਵਿੱਚ ਵੀ ਆਕਸੀਜਨ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਲਈ, ਮਰੀਜ਼ਾਂ ਨੂੰ ਆਕਸੀਜਨ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਲਈ ਵੱਖ-ਵੱਖ ਡਿਪਟੀ ਕਮਿਸ਼ਨਰ ਵੱਖ-ਵੱਖ ਹਸਪਤਾਲਾਂ ਦਾ ਦੌਰਾ ਕਰ ਰਹੇ ਨੇ, ਆਕਸੀਜਨ ਦੀ ਵਰਤੋਂ ਦੀ ਜਾਣਕਾਰੀ ਹਾਸਲ ਕਰ ਰਹੇ ਨੇ। ਔਰ ਆਕਸੀਜਨ ਆਡਿਟ ਕਮੇਟੀ ਨੇ ਸਨਅਤੀ ਕੇਂਦਰ ਲੁਧਿਆਣੇ ਦੇ ਵਿੱਚ ਵੀ 3 ਹਸਪਤਾਲਾਂ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਤਾਂ ਕਿ ਆਕਸੀਜਨ ਦੀ ਉਪਲਬਧਤਾ ਔਰ ਉਸ ਦੀ ਵਰਤੋਂ ਬਾਰੇ ਨਜ਼ਰਸਾਨੀ ਕੀਤੀ ਜਾ ਸਕੇ। ਉਂਝ ਸਨਅਤੀ ਕੇਂਦਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਇੱਕ ਅੰਕੜਾ ਜਾਰੀ ਕੀਤਾ ਹੈ ਔਰ ਪੰਜਾਬ ਦੇ ਵੀ ਜਿਹੜੇ ਵੱਡੇ ਹਸਪਤਾਲ ਨੇ ਉਹਨਾਂ ਦੇ ਵਿੱਚ ਸਾਰੀਆਂ ਜ਼ਰੂਰੀ ਦਵਾਈਆਂ ਨੇ ਜਿਹੜੀਆਂ ਉਹਨਾਂ ਦੀ ਉਪਲਬਧਤਾ ਹੈ ਔਰ ਰੈਮਡੀਸਿਵਿਰ ਵਰਗੀਆਂ ਜਿਹੜੀਆਂ ਗੋਲੀਆਂ ਨੇ ਉਹ ਵੀ ਇਸ ਵਕਤ ਸਾਡੇ ਹਸਪਤਾਲਾਂ ਦੇ ਵਿੱਚ ਉਪਲਬਧ ਨੇ ਔਰ ਇਸ ਕਰਕੇ ਹਾਲ ਦੀ ਘੜੀ ਕੋਈ ਚਿੰਤਾ ਵਾਲੀ ਸਥਿਤੀ ਨਹੀਂ ਹੈ। ਪੰਜਾਬ 'ਚ ਬਹੁਤ ਘੱਟ ਲੋਕਾਂ ਨੂੰ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ, ਪਰ ਉਹਨਾਂ ਜਿਨ੍ਹਾਂ ਨੂੰ ਵੀ ਪੈ ਰਹੀ ਹੈ ਉਹਨਾਂ ਸਾਰਿਆਂ ਦੀ ਜ਼ਰੂਰਤ ਲਈ ਆਕਸੀਜਨ ਇਸ ਵਕਤ ਉਪਲਬਧ ਹੈ। ਸੋ ਉਂਝ ਵੀ ਆਕਸੀਜਨ ਹਰ ਕਿਸੇ ਨੂੰ ਨਹੀਂ ਲੱਗਣੀ, ਇਹ ਜ਼ਰੂਰ ਸਮਝਾਉਣ ਦੀ ਲੋੜ ਹੈ ਸਾਰਿਆਂ ਨੂੰ। ਆਕਸੀਜਨ ਨੂੰ ਲੈ ਕੇ ਮਾਨਸਿਕ ਤਣਾਅ, ਡਰ, ਅਫਵਾਹਾਂ ਜਾਂ ਡਰ ਵਾਲਾ ਜਾਂ ਪੈਨਿਕ ਨਹੀਂ ਬਣਨਾ ਚਾਹੀਦਾ। ਆਕਸੀਜਨ ਹਰ ਵਿਅਕਤੀ ਨੂੰ ਨਹੀਂ ਲੋੜੀਂਦੀ, ਆਕਸੀਜਨ ਬਹੁਤ ਘੱਟ ਲੋਕਾਂ ਨੂੰ ਉਹਦੀ ਜ਼ਰੂਰਤ ਪੈਂਦੀ ਹੈ। ਆਮ ਤੌਰ ਤੇ ਲੋਕ ਘਰ 'ਚ ਕੁਆਰੰਟਾਈਨ ਹੋ ਕੇ ਠੀਕ ਹੋ ਸਕਦੇ ਨੇ। ਸੋ ਜਿੱਦਾਂ ਹੀ ਬੁਖਾਰ ਹੁੰਦਾ ਹੈ ਤਾਂ ਜਾਂ ਲੱਛਣ ਦਿਖਦੇ ਨੇ ਤਾਂ ਟੈਸਟ ਕਰਾਓ ਤੇ ਆਪਣੇ ਆਪ ਨੂੰ ਇਕੱਲਾ ਕਰ ਲਓ। ਪਹਿਲੇ ਦਿਨ ਤੋਂ ਹੀ ਜਦੋਂ ਲੱਛਣ ਦਿਖਦੇ ਨੇ, ਅਗਰ ਤੁਸੀਂ ਗਰਾਰੇ ਕਰਨੇ ਸ਼ੁਰੂ ਕਰਦੇ ਹੋ ਔਰ ਸਟੀਮ ਲੈਣੀ, ਭਾਫ਼ ਲੈਣੀ ਸ਼ੁਰੂ ਕਰ ਦਿੰਦੇ ਹੋ ਤੇ ਸ਼ਾਇਦ ਉਹ ਨੌਬਤ ਆਉਂਦੀ ਹੋਈ ਨਹੀਂ ਕਿ ਆਕਸੀਜਨ ਦੀ ਜ਼ਰੂਰਤ ਪਵੇ, ਕਿਉਂਕਿ ਜਦੋਂ ਤੁਸੀਂ ਇਕੱਲੇ ਹੋ ਜਾਂਦੇ ਹੋ ਤੇ ਤੁਸੀਂ ਕਿਸੇ ਨੂੰ ਫੈਲਾ ਨਹੀਂ ਕਰਦੇ ਔਰ ਜਦੋਂ ਤੁਸੀਂ ਡਾਕਟਰ ਦੀ ਦਿਸ਼ਾ ਨਿਰਦੇਸ਼ ਦੇ ਮੁਤਾਬਕ ਦਵਾਈਆਂ ਲੈਂਦੇ ਹੋ, ਭਾਫ਼ ਲੈਂਦੇ ਹੋ, ਸਟੀਮ ਲੈਂਦੇ ਹੋ ਤੇ ਸਥਿਤੀਆਂ ਕੰਟਰੋਲ 'ਚ ਆ ਜਾਂਦੀਆਂ ਨੇ। ਇਸੇ ਕਰਕੇ ਕਹਿੰਦੇ ਨੇ ਕਿ ਕੋਵਿਡ ਦੇ ਬੁਖਾਰ ਦਾ ਜਿੰਨੀ ਜਲਦੀ ਪਤਾ ਲੱਗੇ ਉਸ ਦੇ ਬਚਾਅ ਦੇ ਉਹ ਬੁਖਾਰ ਉਤਾਰਨ ਲਈ ਦਵਾਈ ਲੈਣੀ ਹੈ, ਮਲਟੀਵਿਟਾਮਿਨ ਲੈਣੇ ਨੇ, ਭਾਫ਼ ਲੈਣੀ, ਸਟੀਮ ਲੈਣੀ। ਜਿੰਨੀ ਜਲਦੀ ਤੁਸੀਂ ਆਪਣੀ ਥਕਾਨ ਨੂੰ, ਆਪਣੀ ਖਾਂਸੀ ਨੂੰ, ਸਰੀਰ ਦੀ ਥਕਾਵਟ ਨੂੰ, ਹਲਕੇ ਫੁਲਕੇ ਬੁਖਾਰ ਨੂੰ ਜਿੰਨੀ ਜਲਦੀ ਗੰਭੀਰਤਾ ਨਾਲ ਲੈ ਕੇ ਕੋਵਿਡ ਦਾ ਟੈਸਟ ਕਰਾ ਲਓਗੇ ਅਤੇ ਇਹ ਸਾਰਾ ਕੁਝ ਸ਼ੁਰੂ ਕਰ ਲਓਗੇ, ਜਲਦੀ ਠੀਕ ਹੋ ਜਾਓਗੇ। ਔਰ ਉਹਨਾਂ ਲੋਕਾਂ ਨੂੰ ਜ਼ਰੂਰ ਇੱਕ ਵਾਰੀ ਮੈਂ ਫੇਰ ਕਹਿ ਦਾਂ, ਬਹੁਤ ਸਾਰੇ ਲੋਕ ਨੇ ਕਮੈਂਟ ਵੀ ਕਰਦੇ ਨੇ ਕਿ ਕੋਵਿਡ ਕੁਝ ਨਹੀਂ ਹੈ। ਸੋ ਇਹ ਜਿਸ ਨੂੰ ਕੋਵਿਡ ਹੋ ਰਿਹਾ ਉਸ ਨੂੰ ਪੁੱਛੋ ਕਿ ਕੋਵਿਡ ਕੀ ਹੈ। ਸੋ ਇਸ ਕਰਕੇ ਰੱਬ ਨਾ ਕਰੇ ਕਿ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਤੁਹਾਨੂੰ ਵੀ ਕੋਵਿਡ ਹੋਵੇ, ਕਿਸੇ ਨੂੰ ਨਾ ਹੋਵੇ। ਪਰ ਇਸ ਤਰੀਕੇ ਦੀ ਗੈਰ ਜ਼ਿੰਮੇਵਾਰੀ ਵਾਲੀ ਜਿਹੜੀ ਸ਼ਬਦਾਵਲੀ ਹੈ ਉਹ ਨਹੀਂ ਵਰਤੀ ਜਾਣੀ ਚਾਹੀਦੀ। ਦੁਨੀਆ 'ਚ ਹਜ਼ਾਰਾਂ ਲੱਖਾਂ ਲੋਕ ਇਸ ਵਕਤ ਇਹਦੀ ਚਪੇਟ 'ਚ ਨੇ, ਕਰੋੜਾਂ ਲੋਕ, ਤੇ ਇਹ ਕਹਿ ਦੇਣਾ ਕਿ ਕੋਵਿਡ ਕੁਝ ਨਹੀਂ ਹੈ, ਮੈਨੂੰ ਲੱਗਦਾ ਕਿ ਇਹ ਦੂਸਰਿਆਂ ਦੇ ਹੌਸਲੇ ਤੋੜਨ ਵਾਲੀ ਗੱਲ ਹੈ ਤੇ ਤੁਸੀਂ ਆਪਣਾ ਵੀ ਇਹ ਕਹਿ ਕੇ ਨੁਕਸਾਨ ਕਰ ਰਹੇ ਹੋ ਤੇ ਆਪਣੇ ਪਰਿਵਾਰ ਦਾ ਵੀ ਨੁਕਸਾਨ ਕਰ ਰਹੇ ਹੋ। ਸੋ ਵਿਗਿਆਨਿਕ ਯੁੱਗ ਹੈ, ਸਾਰਾ ਕੁਝ ਵਿਗਿਆਨ ਦੇ ਨਾਲ ਹੈ, ਇਸ ਕਰਕੇ ਵਿਗਿਆਨਿਕ ਤੱਥਾਂ ਤੇ ਭਰੋਸਾ ਕਰਨਾ ਬਹੁਤ ਜ਼ਰੂਰੀ ਹੈ। ਫਿਲਹਾਲ ਆਸ ਕਰਾਂਗੇ ਕਿ ਸਾਰੇ ਆਪਣੀ ਸਿਹਤ ਦਾ ਖਿਆਲ ਰੱਖਣਗੇ ਔਰ ਤਾਜ਼ੇ ਅਪਡੇਟ ਦੇ ਨਾਲ ਫਿਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।